ਨਜ਼ਰ ਸਾਨੀ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਵਨ ਵੇ ਟੀਵੀ। ਦੇਸ਼ ਦੇ ਵਿੱਚ ਠੱਗਾਂ ਦੀ ਇੰਨੀ ਭਰਮਾਰ ਹੋ ਚੁੱਕੀ ਆ। ਇਹ ਜਿਹੜੇ ਠੱਗ ਨੇ ਇਸ ਦੇਸ਼ ਤੋਂ ਨਿਕਲ ਗਏ ਨੇ ਤੇ ਵਿਦੇਸ਼ਾਂ ਵਿੱਚ ਜਾ ਕੇ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ। ਠੱਗ ਵੀ ਨਹੀਂ, ਮਹਾਂ ਠੱਗ ਕਹਿ ਸਕਦੇ ਹਾਂ, ਜਿਨ੍ਹਾਂ ਨੇ ਅਰਬਾਂ ਰੁਪਈਆ ਦੇਸ਼ ਦਾ ਲੁੱਟਿਆ ਤੇ ਬਾਹਰ ਭੱਜ ਗਏ ਤੇ ਮਗਰ ਜਿਹੜੇ ਬੈਂਕ ਉਹ ਰੋਂਦੇ ਰਹਿ ਗਏ ਆ, ਸਰਕਾਰਾਂ ਰੋਂਦੀਆਂ ਰਹਿ ਗਈਆਂ। ਪਰ ਗੱਲ ਭਾਜਪਾ ਸਰਕਾਰ ਦੀ ਆਉਂਦੀ ਆ ਕਿ ਬਹੁਤੇ ਠੱਗਾਂ ਨੂੰ ਭਜਾਉਣ ਦੇ ਵਿੱਚ ਭਾਜਪਾ ਸਰਕਾਰ ਦੇ ਰੋਲ ਦੇ ਉੱਤੇ ਵੀ ਕਿੰਤੂ ਹੋ ਰਿਹਾ ਆ। ਆਖਿਰ ਭਾਜਪਾ ਸਰਕਾਰ ਅੱਜ ਜਿਸ ਮੁਕਾਮ ਦੇ ਉੱਤੇ ਬੈਠੀ ਆ, ਦੇਸ਼ ਦੀ ਸੱਤਾ ਸੰਭਾਲੀ ਬੈਠੀ ਆ, ਤਾਂ ਕਿਉਂ ਨਹੀਂ ਇਹੋ ਜਿਹੇ ਠੱਗਾਂ ਨੂੰ ਦੇਸ਼ ਵਿੱਚ ਵਾਪਸ ਲਿਆਉਂਦੀ ਗੀ। ਆਓ ਇਸ ਮੁੱਦੇ ਉੱਤੇ ਗੱਲਬਾਤ ਕਰਦੇ ਹਾਂ। ਇੱਕ ਦੇਸ਼ ਦੇ ਵਿੱਚ ਜਿਹੜੇ ਚਰਚਾ ਦੇ ਮੁੱਦੇ ਬਣੇ ਹੋਏ ਨਾ, ਉਹ ਬਣੇ ਹੋਏ ਆ ਕਿ ਜਿਹੜੇ ਵੱਡੇ ਠੱਗ ਆ, ਜਿਹੜੇ ਕਰੋੜਾਂ ਦੀਆਂ ਠੱਗੀਆਂ ਮਾਰ ਕੇ ਬਾਹਰ ਨਿਕਲ ਗਏ ਆ, ਸਰਕਾਰਾਂ ਉਹਨਾਂ ਨੂੰ ਸ਼ਹਿ ਦਿੰਦੀਆਂ ਪਈਆਂ ਆ। ਔਰ ਸਰਕਾਰਾਂ ਜਿਹੜੀਆਂ ਨੇ ਹੁਣ ਤੱਕ ਜੋ ਸਥਿਤੀ ਰਹੀ ਹੈ, ਚਾਹੇ ਉਹ ਕਾਂਗਰਸ ਕਾਰਜਕਾਲ ਤੋਂ ਲੈ ਕੇ ਤੇ ਹੁਣ ਭਾਜਪਾ ਦੇ ਕਾਰਜਕਾਲ ਦੀ ਗੱਲ ਕੀਤੀ ਜਾਵੇ, ਤੇ ਇੱਥੇ ਯਾਨੀ ਕਿ ਕਰੋੜਾਂ ਪਤੀ ਠੱਗ ਜਿਹੜੇ ਸੀਗੇ ਉਹ ਬੈਂਕਾਂ ਦੇ ਨਾਲ ਠੱਗੀਆਂ ਮਾਰ ਕੇ ਬਾਹਰ ਨਿਕਲ ਗਏ ਆ। ਪਰ ਕੋਈ ਸਜ਼ਾ ਨਹੀਂ ਇੰਡੀਆ ਸਰਕਾਰ ਕੋਲੇ, ਕੋਈ ਕੁਛ ਨਹੀਂ, ਪਰ ਲੋਕ ਮਗਰ ਵਿਲਕਦੇ ਰਹੇ ਆ। ਇੱਥੇ ਜੋ ਘਟਨਾ ਆ, ਪੰਜਾਬ ਨੈਸ਼ਨਲ ਬੈਂਕ ਨਾਲ 13,000 ਕਰੋੜ ਰੁਪਏ ਦੀ ਧੋਖਾ ਘੜੀ ਕਰਨ ਵਾਲੇ ਮੇਲ ਚੌਕਸੀ ਦਾ ਨਾਂ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਦੇ ਵਿੱਚੋਂ ਹਟਾਉਣ ਨੂੰ ਲੈ ਕੇ ਅੱਜ ਦੀ ਜਿਹੜੀ ਆਪਣੀ ਚਰਚਾ ਹੋਊਗੀ। ਇਸ ਕਾਰਵਾਈ ਕਾਰਨ ਹੀਰਿਆਂ ਦਾ ਇਹ ਵਪਾਰੀ ਭਾਰਤ ਤੋਂ ਇਲਾਵਾ ਦੂਸਰੇ ਦੇਸ਼ਾਂ ਵਿੱਚ ਬੇਰੋਕ ਟੋਕ ਆ ਜਾ ਸਕੂਗਾ। ਕੇਂਦਰੀ ਜਾਂਚ ਬਿਊਰੋ CBI ਦਾ ਕਹਿਣਾ ਹੈ ਕਿ ਉਹ ਇੰਟਰਪੋਲ ਨੂੰ ਰੈੱਡ ਕਾਰਨਰ ਨੋਟਿਸ ਬਹਾਲ ਕਰਨ ਲਈ ਕਾਰਵਾਈ ਕਰ ਰਹੀ ਹੈ ਤੇ ਇਸ ਫੈਸਲੇ ਨੂੰ ਚੁਣੌਤੀ ਦੇਵੇਗੀ। ਬਿਊਰੋ ਅਨੁਸਾਰ ਉਸ ਕੋਲ ਇੰਟਰਪੋਲ ਤੋਂ ਇਲਾਵਾ ਕਈ ਹੋਰ ਤਰੀਕੇ ਵੀ ਨੇ ਜਿਨ੍ਹਾਂ ਨਾਲ ਚੌਕਸੀ ਤੇ ਲੱਗੀਆਂ ਪਾਬੰਦੀਆਂ ਮਜ਼ਬੂਤੀ ਨਾਲ ਲਾਗੂ ਕਰਵਾਈਆਂ ਜਾ ਸਕਦੀਆਂ ਨੇ। ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਹੈ ਕਿ ਉਹ ਤਫਤੀਸ਼ ਕਰਨ ਵਾਲੀਆਂ ਏਜੰਸੀਆਂ ਨੂੰ ਸਿਆਸੀ ਵਿਰੋਧੀਆਂ ਵਿਰੁੱਧ ਵਰਤ ਰਹੀ ਹੈ, ਜਦੋਂ ਕਿ ਇਹ ਏਜੰਸੀਆਂ ਅਪਰਾਧੀਆਂ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਦੇ ਵਿੱਚ ਅਸਫਲ ਰਹੀਆਂ। ਦੇਸ਼ ਵਿੱਚ ਹੋ ਵੀ ਇੱਦਾਂ ਦੇ ਰਿਹਾ, ਇਹਦੇ ਵਿੱਚ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈਗੀ। ਭਾਰਤ ਵਿੱਚ ਇਸ ਸਮੇਂ G20 ਦੇ ਸੰਮੇਲਨ ਵੀ ਚੱਲਦੇ ਪਏ ਆ। G20 ਦਾ ਪ੍ਰਧਾਨ ਵੀ ਆ ਤੇ ਕੂਟਨੀਤਿਕ ਪੱਧਰ ਤੇ ਭਾਰਤ ਦੀ ਮਜ਼ਬੂਤ ਸਥਿਤੀ ਦੇ ਦਾਅਵੇ ਜਿਹੜੇ ਆ ਉਹ ਕੀਤੇ ਜਾਂਦੇ ਨੇ। ਤੇ ਇਹ ਦਾਅਵਾ ਜਿਹੜਾ ਆ ਉਹ ਵੀ ਕੀਤਾ ਜਾਂਦਾ ਆ ਕਿ ਇੱਕ ਵੱਡੀ ਜਿਹੜੀ ਆ ਮੰਡੀ ਹੋਣ ਦੇ ਨਾਤੇ ਭਾਰਤ ਦੂਸਰੇ ਦੇਸ਼ਾਂ ਦੀਆਂ ਸਰਕਾਰਾਂ ਤੋਂ ਆਪਣੀ ਜਿਹੜੀ ਗੱਲ ਹੈ ਉਹ ਮਨਵਾ ਸਕਦਾ ਆ। ਇਹੋ ਜਿਹੇ ਦਾਅਵਿਆਂ ਦੀ ਤਸਦੀਕ ਤਾਂ ਹੀ ਹੋ ਸਕਦੀ ਹੈ ਤਾਂ ਜੋ ਕੇਂਦਰ ਸਰਕਾਰ ਆਪਣਾ ਪ੍ਰਭਾਵ ਵਰਤ ਕੇ ਮੇਹੁਲ ਚੌਕਸੀ, ਵੱਡਾ ਠੱਗ, ਨੀਰਵ ਮੋਦੀ, ਉਰਦੂ ਮਹਾਂ ਠੱਗ, ਲਲਿਤ ਮੋਦੀ, ਇਹ ਵੀ ਠੱਗਾਂ ਦਾ ਠੱਗ ਯਾਨੀ ਕਹਿ ਸਕਦੇ ਹਾਂ, ਤੇ ਵਿਜੇ ਮਾਲੀਆ ਜਿਹੜਾ ਕਿੰਗਫਿਸ਼ਰ ਵਾਲਾ ਸੀਗਾ ਉਹ ਮਹਾਨ ਠੱਗ ਕਹਿ ਸਕਦੇ ਹਾਂ। ਇਹਨਾਂ ਠੱਗਾਂ ਦੀਆਂ ਕੈਟੇਗਰੀਆਂ ਵੀ ਇਹ ਬਣ ਚੁੱਕੀਆਂ ਨੇ। ਤਾਂ ਇਹ ਜਿਹੜੇ ਠੱਗ ਨੇ ਸਾਰੇ, ਇਹਨਾਂ ਨੂੰ ਜਿਨ੍ਹਾਂ ਨੇ ਦੇਸ਼ ਦੇ ਬੈਂਕਾਂ ਨਾਲ ਖਰਬਾਂ ਰੁਪਏ ਦੀ ਧੋਖਾ ਧੜੀ ਕੀਤੀ ਹੈ, ਇਹਨੂੰ ਵਾਪਸ ਲਿਆਂਦਾ ਜਾਵੇ। ਪਿਛਲੇ ਸਮੇਂ ਦੌਰਾਨ ਇਹਨਾਂ ਵਿਅਕਤੀਆਂ ਨੂੰ ਵਾਪਸ ਲਿਆਉਣ ਦੇ ਦਾਅਵੇ ਕੀਤੇ ਗਏ ਨੇ ਪਰ ਸਫਲਤਾ ਨਹੀਂ ਮਿਲੀ। ਤਫਤੀਸ਼ ਕਰਨ ਵਾਲੀ ਹਰ ਏਜੰਸੀ ਕੋਲੇ ਸੀਮਿਤ ਸਮਰੱਥਾ ਹੁੰਦੀ ਹੈ। ਜੇ ਕਿਸੇ ਏਜੰਸੀ ਤੇ ਵਾਧੂ ਬੋਝ ਪਾਇਆ ਜਾਂ ਉਸ ਦੇ ਕੰਮ ਵਿੱਚ ਸਿਆਸੀ ਦਖਲ ਦਿੱਤਾ ਜਾਵੇ ਤਾਂ ਉਸ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋਣੀ ਨਿਸ਼ਚਿਤ ਹੁੰਦੀ ਹੈ। ਇਸ ਕੇਸ ਵਿੱਚ CBI ਦੇ ਅਧਿਕਾਰੀਆਂ ਦੀ ਅਣਗਹਿਲੀ ਸਪਸ਼ਟ ਨਜ਼ਰ ਆਉਂਦੀ ਹੈ। ਤਾਂ ਕੌਮਾਂਤਰੀ ਅਪਰਾਧ ਜਿਹੜੀ ਪੁਲਿਸ ਸੰਸਥਾ ਆ, 19 ਦੇਸ਼ਾਂ ਦੀਆਂ ਪੁਲਿਸ ਫੋਰਸਾਂ ਦੇ ਮਿਲਵਰਤਨ ਲਈ ਬਣਿਆ ਹੋਇਆ ਇੱਕ ਮੰਚ ਹੈ, ਜਿਸ ਨੂੰ ਅਸੀਂ ਇੰਟਰਨੈਸ਼ਨਲ ਕ੍ਰਿਮੀਨਲ ਪੁਲਿਸ ਆਰਗੇਨਾਈਜੇਸ਼ਨ ਜਿਹੜੀ ਆ ਉਸ ਦਾ ਨਾਮ ਦਿੰਦੇ ਆ। ਇਸ ਦਾ ਹੈੱਡਕੁਆਟਰ ਫਰਾਂਸ ਦੇ ਸ਼ਹਿਰ ਲਿਓ ਵਿੱਚ ਹੈ। ਇੰਟਰਪੋਲ ਖੁਦ ਕੋਈ ਪੁਲਿਸ ਕਾਰਵਾਈ ਨਹੀਂ ਕਰਦੀ, ਵੱਖ-ਵੱਖ ਦੇਸ਼ਾਂ ਦੀਆਂ ਪੁਲਿਸ ਫੋਰਸਾਂ ਇਸ ਦੇ ਕਹਿਣ 'ਤੇ ਲੋੜੀਂਦੀ ਕਾਰਵਾਈ ਕਰਦੀਆਂ ਨੇ। ਭਾਰਤ ਵਿੱਚ CBI ਨੂੰ ਇਸ ਸੰਸਥਾ ਨਾਲ ਮਿਲਵਰਤਨ ਕਰਨ ਲਈ ਨਾਮਜ਼ਦ ਕੀਤਾ ਗਿਆ। ਪੁਲਿਸ ਫੋਰਸਾਂ ਦੇ ਕਹਿਣ 'ਤੇ ਇੰਟਰਪੋਲ 8 ਤਰ੍ਹਾਂ ਦੇ ਨੋਟਿਸ ਜਾਰੀ ਕਰਦੀ ਹੈ। ਜੇ ਇੰਟਰਪੋਲ ਕਿਸੇ ਵਿਅਕਤੀ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰ ਦੇਵੇ, ਇਹ ਨੋਟਿਸ ਜਾਰੀ ਕਰਨ ਲਈ ਕਿਸੇ ਵੀ ਪੁਲਿਸ ਫੋਰਸ ਨੂੰ ਮਜ਼ਬੂਤ ਦਸਤਾਵੇਜ਼ੀ ਕਾਰਵਾਈ ਕਰਕੇ ਇਹ ਸਾਬਤ ਕਰਨਾ ਪੈਂਦਾ ਆ ਕਿ ਉਹ ਵਿਅਕਤੀ ਨੇ ਗੰਭੀਰ ਅਪਰਾਧ ਕੀਤਾ ਹੈ ਤੇ ਉਸ ਵਿਰੁੱਧ ਲੋੜੀਂਦੀ ਕਾਨੂੰਨੀ ਕਾਰਵਾਈ
ਕਰਨ ਲਈ ਉਸ ਨੂੰ ਗ੍ਰਿਫਤਾਰ ਕਰਨਾ ਜ਼ਰੂਰੀ ਹੈ। ਹੁਣ ਗੱਲ ਕਰਦੇ ਹਾਂ ਕਿ ਮੇਹੁਲ ਚੌਕਸੀ ਵੀ ਠੱਗਾਂ ਦੇ ਠੱਗ ਹੈ। ਇਸ ਸਮੇਂ ਜੋ ਆ ਐਂਟੀਗੁਆ ਅਤੇ ਬਾਰਬੂਡਾ ਨਾਂ ਦੇ ਦੇਸ਼ ਵਿੱਚ ਰਹਿ ਰਿਹਾ ਹੈ। ਲਗਭਗ 1 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ਦੇ 2 ਮੁੱਖ ਅਤੇ ਕੁਝ ਹੋਰ ਛੋਟੇ ਟਾਪੂ ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਵਿਚਕਾਰਲੇ ਕੈਰੇਬੀਅਨ ਸਾਗਰ ਵਿੱਚ ਸਥਿਤ ਹੈ। ਇਸ ਦੀ ਫੌਜ ਵਿੱਚ ਲਗਭਗ 260 ਵਿਅਕਤੀ ਨੇ ਅਤੇ ਇਸ ਨੇ ਸੁਰੱਖਿਆ ਲਈ ਅਮਰੀਕਾ ਨਾਲ ਸੰਧੀ ਕੀਤੀ ਹੋਈ ਆ। ਦੋਸ਼ ਅਮੀਰ ਵਿਅਕਤੀਆਂ ਤੇ ਪੈਸੇ ਦਾ ਨਿਵੇਸ਼ ਕਰਵਾ ਕੇ ਨਾਗਰਿਕਤਾ ਦਿੰਦਾ ਆ ਅਤੇ ਚੌਕਸੀ ਇਸੇ ਤਰ੍ਹਾਂ ਨਾਗਰਿਕਤਾ ਲੈ ਕੇ ਇਸ ਦੇਸ਼ ਦੇ ਵਿੱਚ ਰਹਿ ਰਿਹਾ। ਬਈ ਜਿਹੜਾ ਕਰੋੜਾਂ ਰੁਪਈਏ ਅਰਬਾਂ ਰੁਪਈਏ ਇੱਥੋਂ ਲੁੱਟ ਕੇ ਗਿਆ ਆ ਉੱਥੋਂ ਦੀ ਗੌਰਮੈਂਟ ਨੂੰ ਦੇ ਕੇ ਰਹਿ ਰਿਹਾ ਆ। ਤੇ ਹੁਣ ਜੇ G20 ਵਿੱਚ ਵਾਕਈ ਸਾਡੇ ਕੋਲ ਪ੍ਰਧਾਨਗੀ ਆ ਤੇ ਅਸੀਂ ਫਿਰ ਇਹਦਾ ਹੱਲ ਕਿਉਂ ਨਹੀਂ ਕੱਢਦੇ? ਇਹੋ ਜਿਹੇ ਠੱਗਾਂ ਨੂੰ ਵਾਪਸ ਕਿਉਂ ਨਹੀਂ ਲਿਆਉਂਦੇ? ਉਹਨਾਂ ਕੋਲ ਪੈਸਾ ਕਿਉਂ ਨਹੀਂ ਵਸੂਲ ਕਰਦੇ? ਵੱਡੇ ਸਵਾਲ ਜਿਹੜੇ ਆ ਉਹ ਖੜੇ ਹੁੰਦੇ ਆ। ਅਮਰੀਕਾ ਤੇ ਇੰਗਲੈਂਡ ਤੋਂ ਮਿਲਦੀ ਸੁਰੱਖਿਆ ਕਾਰਨ ਹੀ ਅਜਿਹੇ ਦੇਸ਼ ਜਿਹੜੇ ਆ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਰਵਾਹ ਨਹੀਂ ਕਰਦੇ। ਕਈ ਸਿਖਰਲੇ ਅਮੀਰ ਆਪਣੇ ਬੰਦੇ ਇਹਨਾਂ ਦੇਸ਼ਾਂ ਤੋਂ ਚਲਾਉਂਦੇ ਨੇ ਜਿੱਥੇ CBI ਨੂੰ ਇਸ ਕੇਸ ਵਿੱਚ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਹੈ। ਉੱਥੇ ਭਾਰਤ ਨੂੰ ਕੂਟਨੀਤੀ ਤੇ ਸਿਫਾਰਸ਼ੀ ਪੱਧਰ ਤੇ ਉਚਿਤ ਕਾਰਵਾਈ ਕਰਕੇ ਮੇਹੁਲ ਚੌਕਸੀ ਅਤੇ ਅਜਿਹੇ ਹੋਰ ਅਪਰਾਧੀਆਂ ਨੂੰ ਜਿਨ੍ਹਾਂ ਦੇ ਮੈਂ ਨਾਂ ਲਏ ਉਹਨਾਂ ਨੂੰ ਵਾਪਸ ਲਿਆਉਣਾ ਚਾਹੀਦਾ ਆ। ਭਾਜਪਾ ਸਰਕਾਰ ਕਾਰਨ ਮੇਹੁਲ ਚੌਕਸੀ ਵਿਰੁੱਧ ਰੈੱਡ ਕਾਰਨਰ ਨੋਟਿਸ ਰੱਦ ਹੋਇਆ। ਇਹ ਕੱਲ ਮੁੱਦਾ ਰਾਘਵ ਚੱਡਾ ਨੇ ਵੀ ਉਠਾਇਆ। ਰਾਘਵ ਚੱਡਾ ਦਾ ਕਹਿਣਾ ਹੈ ਕਿ CBI ED ਵਿਰੋਧੀ ਧਿਰ ਨੇਤਾਵਾਂ ਦੇ ਖਿਲਾਫ ਸਖਤ ਬਣੀ ਹੋਈ ਆ। ਉਹ ਝੂਠੇ ਕੇਸ ਬਣਾ ਕੇ ਉਹਨਾਂ ਨੂੰ ਫਸਾਉਂਦੀ ਹੈ ਅਤੇ ਹਜ਼ਾਰਾਂ ਕਰੋੜਾਂ ਦੀ ਧੋਖਾਧੜੀ ਕਰਨ ਵਾਲੇ ਭਾਜਪਾ ਦੇ ਦੋਸਤਾਂ ਨੂੰ ਕੁਝ ਨਹੀਂ ਕਹਿੰਦੀ। ਇਹ ਤਾਂ ਹੁਣ ਸਵਾਲਾਂ ਦੇ ਘੇਰੇ 'ਚ ਭਾਜਪਾ ਸਰਕਾਰ ਆਉਂਦੀ ਹੈ, ਕੇਂਦਰ ਸਰਕਾਰ ਆਉਂਦੀ ਹੈ। ਹਾਲਾਂਕਿ ਵਾਰ-ਵਾਰ ਜਦੋਂ ਇੱਦਾਂ ਦੇ ਮੁੱਦੇ ਉੱਠਦੇ ਆ ਕਿ ਇਹੋ ਜਿਹੇ ਠੱਗਾਂ ਦੇ ਨਾਲ ਰਹਿਤ ਕਿਉਂ ਵਰਤੀ ਜਾ ਰਹੀ ਹੈ, ਇਹਨਾਂ ਨੂੰ ਇੰਟਰਪੋਲ ਦੀ ਸਹਾਇਤਾ ਦੇ ਨਾਲ ਫੜ ਕੇ ਕਿਉਂ ਨਹੀਂ ਲਿਆਂਦਾ ਜਾ ਰਿਹਾ? ਭਾਰਤ ਹੁਣ ਤਾਂ ਪੂਰੀ ਦੁਨੀਆ ਦੇ ਵਿੱਚ ਆਪਣੀ ਇੱਕ ਪਾਵਰ ਰੱਖਦਾ ਆ, ਫਿਰ ਉਸ ਪਾਵਰ ਦੀ ਵਰਤੋਂ ਕਿਉਂ ਨਹੀਂ ਕੀਤੀ ਜਾਂਦੀ? ਕਿੱਡਾ ਕੁ ਔਖਾ ਕੰਮ ਹੈ ਕਿ ਇਹ ਠੱਗ ਵਾਪਸ ਭਾਰਤ ਨਹੀਂ ਲਿਆਂਦੇ ਜਾਂਦੇ ਤੇ ਇਹਨਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ। ਦੇਸ਼ ਨਾਲ ਧਰੋਹ ਕਮਾਉਣ ਦੇ ਦੋਸ਼ ਦੇ ਵਿੱਚ ਇਹਨਾਂ ਤੇ ਦੇਸ਼ ਧਰੋਹੀ ਦਾ ਜਿਹੜਾ ਆ ਉਹ ਇਹਨਾਂ ਤੇ ਇਲਜ਼ਾਮ ਲਾ ਕੇ ਇਹਨਾਂ ਨੂੰ ਸਜ਼ਾ ਜਿਹੜੀ ਆ ਉਹ ਦੇਣੀ ਚਾਹੀਦੀ। ਇੱਦੋਂ ਵੱਡੀ ਦੇਸ਼ ਧਰੋਹੀ ਕੀ ਹੋ ਸਕਦੀ ਹੈ ਇਹੋ ਜਿਹੇ ਲੋਕਾਂ ਦੀ? ਤਾਂ ਰਾਘਵ ਚੱਡਾ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਮੇਹੁਲ ਚੌਕਸੀ ਨੂੰ ਰੈੱਡ ਕਾਰਪੇਟ ਦੀ ਸੁਵਿਧਾ ਪ੍ਰਦਾਨ ਕਰ ਰਹੀ ਹੈ। ਪੂਰੀ ਭਾਜਪਾ ਉਸ ਨੂੰ ਬਚਾਉਣ ਵਿੱਚ ਲੱਗੀ ਹੈ। ED CBI ਦੇ ਸਵਾਲ ਉਠਾਉਂਦੇ ਹੋਏ ਉਹਨਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਦੀ ED CBI ਇੰਟਰਪੋਲ ਨੂੰ ਮੇਹੁਲ ਚੌਕਸੀ ਖਿਲਾਫ ਸਬੂਤ ਦੇਣ ਦੇ ਵਿੱਚ ਅਸਫਲ ਰਹੀ ਹੈ। ਇਸ ਲਈ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਰੱਦ ਕਰ ਦਿੱਤਾ ਆ। ਮੇਹੁਲ ਚੌਕਸੀ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ CBI? ਸਵਾਲ ਉਠਾਉਂਦੇ ਹੋਏ ਰਾਘਵ ਚੱਡਾ ਨੇ ਕਿਹਾ ਕਿ ਮੇਹੁਲ ਚੌਕਸੀ 2018 ਵਿੱਚ ਦਾਵੇਸ ਵਿੱਚ ਵਰਲਡ ਇਕਨੋਮਿਕਸ ਫੋਰਮ ਵਿੱਚ ਵੀ ਪ੍ਰਧਾਨ ਮੰਤਰੀ ਦੇ ਨਾਲ ਖੜਾ ਸੀ। ਕਿੱਡੀ ਹੈਰਾਨੀ ਦੀ ਗੱਲ ਹੈ। ਇਸ ਤੋਂ 2 ਦਿਨ ਬਾਅਦ ਪੰਜਾਬ ਨੈਸ਼ਨਲ ਬੈਂਕ ਨੇ ਦੱਸਿਆ ਸੀ ਕਿ ਉਸਨੇ 13,500 ਕਰੋੜ ਦਾ ਗਬਨ ਕੀਤਾ, ਪਰ FIR ਦਰਜ ਹੋਣ ਤੱਕ ਕੇਂਦਰ ਸਰਕਾਰ ਨੇ ਮੇਹੁਲ ਚੌਕਸੀ ਨਾਲ ਮਿਲੀ ਭੁਗਤ ਕਰਕੇ ਉਸ ਨੂੰ ਭਾਰਤ ਤੋਂ ਫਰਾਰ ਕਰਵਾ ਦਿੱਤਾ। ਜਦੋਂ ਉਹ ਐਂਟੀਗੁਆ ਭੱਜ ਗਿਆ ਤਾਂ ਭਾਜਪਾ ਸਰਕਾਰ ਨੇ ਉਸ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਐਂਟੀਗੁਆ ਦੀ ਨਾਗਰਿਕਤਾ ਲੈਣ ਲਈ NOC ਜਾਰੀ ਕਰ ਦਿੱਤੀ। ਇਸ ਸਰਟੀਫਿਕੇਟ ਦੇ ਆਧਾਰ ਦੇ ਉੱਤੇ ਉਸ ਨੂੰ ਐਂਟੀਗੁਆ ਦੀ ਨਾਗਰਿਕਤਾ ਮਿਲੀ ਆ। ਕਿੱਡੀ ਹੈਰਾਨੀ ਦੀ ਗੱਲ ਹੈ। ਠੱਗਾਂ ਨੂੰ ਸ਼ਾਇਦ ਵੀ ਸਾਡੀ ਸਰਕਾਰ ਦਿੱਤੀ ਜਾ ਰਹੀ ਹੈ, ਫਿਰ ਉਸ ਸਰਕਾਰ ਤੋਂ ਉਮੀਦ ਕੀ ਕੀਤੀ ਜਾ ਸਕਦੀ ਹੈ? ਜਿਵੇਂ ਕਿ ਰਾਘਵ ਚੱਡਾ ਕਹਿ ਰਹੇ ਆ, ਇਸ ਗੱਲ ਦਾ ਦੋਸ਼ ਲਗਾ ਰਹੇ ਆ। ਉਹਨਾਂ ਕਿਹਾ ਹੈ ਕਿ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਨੇ ਭਾਰਤੀ ਜਨਤਾ ਪਾਰਟੀ ਨੂੰ ਕਰੋੜਾਂ ਰੁਪਏ ਦਾ ਫੰਡ ਦਿੱਤਾ ਆ। ਭਾਜਪਾ ਦੇ ਕਈ ਵੱਡੇ ਨੇਤਾਵਾਂ ਨਾਲ ਉਹਨਾਂ ਦੇ ਚੰਗੇ ਸੰਬੰਧ ਨੇ। ਇਸ ਲਈ ਜਦੋਂ ਵੀ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ ਭਾਰਤ ਸਰਕਾਰ ਤੋਂ ਉਸ ਦੇ ਖਿਲਾਫ ਸਬੂਤ ਮੰਗੇ ਤਾਂ ਭਾਜਪਾ ਸਰਕਾਰ ਨੇ ਜਾਣਬੁੱਝ ਕੇ ਇੰਟਰਪੋਲ ਨੂੰ ਕੋਈ ਸਬੂਤ ਨਹੀਂ ਦਿੱਤਾ, ਜਿਸ ਕਾਰਨ ਉਹ ਅੱਜ ਵਿਦੇਸ਼ਾਂ 'ਚ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ। ਚੱਡਾ ਨੇ ਭਾਜਪਾ ਨੂੰ ਕਈ ਸਵਾਲ ਪੁੱਛੇ ਨੇ। ਉਹਨਾਂ ਪੁੱਛਿਆ ਕਿ ਮੇਹੁਲ ਚੌਕਸੀ ਨੂੰ ਕਿਸਨੇ ਦੱਸਿਆ ਕਿ ਉਸ ਦੇ ਖਿਲਾਫ ਜਾਂਚ ਹੋਵੇਗੀ ਤਾਂ ਜੋ ਉਹ ਫਰਾਰ ਹੋ ਸਕੇ? ਮੇਹੁਲ ਚੌਕਸੀ ਨੇ ਭਾਜਪਾ ਨੂੰ ਕਿੰਨੇ ਕਰੋੜ ਰੁਪਏ ਦਾਨ ਕੀਤੇ? ਭਾਜਪਾ ਸਰਕਾਰ ਨੇ ਮੇਹੁਲ ਚੌਕਸੀ ਨੂੰ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈਣ ਲਈ NOC ਸਰਟੀਫਿਕੇਟ ਕਿਉਂ ਜਾਰੀ ਕੀਤਾ? ਕਿੰਨੇ ਸਵਾਲ ਖੜੇ ਹੁੰਦੇ ਆ। ਤਾਂ ਮੇਹੁਲ ਚੌਕਸੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀ ਸੰਬੰਧ ਹੈ?
2016 ਦੇ ਵਿੱਚ ਮੇਹੁਲ ਚੌਕਸੀ ਦੇ ਖਿਲਾਫ ਜਾਂਚ ਲਈ ਪ੍ਰਧਾਨ ਮੰਤਰੀ ਦਫ਼ਤਰ ਨੂੰ ਇੱਕ ਪੱਤਰ ਸੌਂਪਿਆ ਗਿਆ ਸੀ, ਤਾਂ ਫਿਰ ਅਜੇ ਤੱਕ ਜਾਂਚ ਕਿਉਂ ਨਹੀਂ ਹੋਈ ਕਿ ਮੇਹੁਲ ਚੌਕਸੀ, ਨੀਰਵ ਮੋਦੀ, ਵਿਜੇ ਮਾਲਿਆ, ਲਲਿਤ ਮੋਦੀ ਵਰਗੇ ਭਗੌੜੇ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਨੇ? ਇਹ ਵੀ ਸਵਾਲ ਉੱਠ ਚੁੱਕਿਆ, ਕਿਉਂਕਿ ਪਹਿਲਾਂ ਹੀ ਅਜਿਹਾ ਕਰਕੇ ਭਾਜਪਾ ਸਰਕਾਰ ਨੇ ਕਈ ਭ੍ਰਿਸ਼ਟ ਲੋਕਾਂ ਦੇ ਕੇਸ ਜਿਹੜੇ ਨੇ ਉਹ ਖਤਮ ਕਰ ਦਿੱਤੇ ਨੇ। ਤਾਂ ਹੁਣ ਹੈਰਾਨੀ ਆਉਂਦੀ ਨੇ ਇਸ ਗੱਲ ਦੀ ਕਿ ਆਖਿਰ ਕੇਂਦਰ ਸਰਕਾਰ ਦੀ ਇਹ ਦੋਗਲੀ ਨੀਤੀ ਕਿਉਂ ਆ, ਠੱਗਾਂ ਨੂੰ ਕਿਉਂ ਬਚਾ ਰਹੀ ਆ, ਤੇ ਜੇ ਬਚਾ ਰਹੀ ਆ ਤਾਂ ਹੁਣ ਇੰਟਰਪੋਲ ਦੀ ਸਹਾਇਤਾ ਨਾਲ, ਤਾਂ ਕਿ ਹੁਣ ਭਾਜਪਾ ਜਾਂ ਕੇਂਦਰ ਸਰਕਾਰ ਆਪਣੀ ਬਲੇਮ ਤੋਂ ਬਚਣਾ ਚਾਹੁੰਦੀ ਆ ਤੇ ਉਹਨੂੰ ਚਾਹੀਦਾ ਆ ਕਿ ਇਹਨਾਂ ਠੱਗਾਂ ਨੂੰ ਲਪੇਟ ਕੇ ਜਿਵੇਂ ਮਰਜ਼ੀ ਇੰਟਰਪੋਲ ਦੀ ਸਹਾਇਤਾ ਨਾਲ ਦੇਸ਼ ਲਿਆਂਦਾ ਜਾਵੇ ਤੇ ਇਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਆ ਉਹ ਦਿੱਤੀ ਜਾ ਸਕੇ, ਤਾਂ ਹੀ ਇਹ ਜਿਹੜੇ ਸਾਰਥਕ ਯਤਨ ਹੋ ਸਕਦੇ ਆ ਜੇ ਕੀਤੇ ਜਾਣ ਤਾਂ। ਸੋ ਫਿਲਹਾਲ ਉਮੀਦ ਹੈ ਕਿ ਕੇਂਦਰ ਸਰਕਾਰ ਇਸ ਬਾਰੇ ਜ਼ਰੂਰ ਸੋਚੂਗੀ ਤੇ ਠੱਗਾਂ ਨੂੰ ਜਿਹੜੀ ਆ ਮੁਲਕ ਵਿੱਚ ਵਾਪਸ ਲਿਆਊਗੀ, ਤਾਂ ਕਿ ਇਹ ਜਿਹੜਾ ਅਰਬਾਂ ਰੁਪਈਆ ਉਹਨਾਂ ਨੇ ਖਾਧਾ ਆ ਜਾਂ ਜਿੱਥੇ ਵੀ ਉਹ ਜਮ੍ਹਾਂ ਕਰਵਾਇਆ ਆ ਉਹ ਦੇਸ਼ ਵਿੱਚ ਵਾਪਸ ਆ ਸਕੇ। ਹਾਲਾਂਕਿ ਕਾਲੇ ਧਨ ਦੀ ਗੱਲ ਕਦੇ ਨਰਿੰਦਰ ਮੋਦੀ ਜੀ ਨੇ ਕੀਤੀ ਸੀ ਜਦੋਂ ਉਹ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣੇ ਸੀ, ਤੇ ਉਸ ਤੋਂ ਬਾਅਦ ਬੜਿਆਂ ਨੇ ਸਵਾਲ ਪੁੱਛ ਲਿਆ ਵੀ ਤੁਸੀਂ ਤਾਂ ਕਾਲਾ ਧਨ ਵਾਪਸ ਲਿਆਉਣਾ ਸੀ, ਤੇ ਇਹ ਹੁਣ ਕਾਲੇ ਧਨ ਵਾਲੇ ਹੀ ਆ। ਇਹ ਵੀ ਕਾਲਾ ਧਨ ਜਿਹੜਾ ਆ ਹੁਣ ਰੱਖੀ ਬੈਠੇ ਆ ਵਿਦੇਸ਼ਾਂ ਦੇ ਵਿੱਚ, ਸਾਡੇ ਦੇਸ਼ ਦਾ ਪੈਸਾ ਲੁੱਟ ਕੇ ਗਏ ਆ। ਆਖਿਰ ਇਹ ਪੈਸਾ ਕਦੋਂ ਵਾਪਸ ਆਊਗਾ, ਇਹ ਤਾਂ ਹੁਣ ਸਰਕਾਰ ਦੇ ਉੱਤੇ ਨਿਰਭਰ ਕਰਦਾ ਹੈ ਕਿ ਉਹ ਇਸ ਦੇ ਲਈ ਕੋਈ ਯਤਨ ਕਰਦੀ ਹੈ ਜਾਂ ਨਹੀਂ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1 ਵੇ TV।